ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬरुण कौर मान। ਖਬਰਾਂ ਦੀ ਬ੍ਰਿਟਨ 'ਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਕੈਨੇਡਾ ਵਿੱਚ ਹਜ਼ਾਰਾਂ ਅੰਤਰਰਾਸ਼ਟਰੀਆਂ ਦਾ ਭਵਿੱਖ ਇਮੀਗ੍ਰੇਸ਼ਨ ਬੈਕਲੌਗ ਵਿੱਚ ਫਸਿਆ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲਾ ਨੇ ਆਨਲਾਈਨ ਪੜ੍ਹਾਈ ਦੀ ਛੋਟ 2023 ਤੱਕ ਵਧਾਈ। ਕੈਨੇਡਾ ਵਿੱਚ ਸਾਲ ਦੇ ਅਖੀਰ ਤੱਕ 4 ਲੱਖ ਤੋਂ ਵਧੇਰੇ ਪ੍ਰਵਾਸੀ ਹੋਣਗੇ ਪੱਕੇ। ਕੋਰੋਨਾ ਕਾਰਨ ਅਮਰੀਕਾ ਨੇ ਚੀਨੀ 에ਅਰਲਾਈਨਸ ਦੀਆਂ 26 ਉਡਾਣਾਂ ਨੂੰ ਕੀਤਾ ਰੱਦ। ਟੈਕਸਾਸ ਵਿੱਚ ਭਾਰਤੀ ਅਮਰੀਕੀ ਔਰਤਾਂ ਤੇ ਨਸਲੀ ਟਿੱਪਣੀਆਂ ਕਰਨ ਵਾਲੀ ਔਰਤ ਗ੍ਰਿਫਤਾਰ। ਟਰੰਪ ਦੀ ਫਲੋਰੀਡਾ ਰਿਹਾਇਸ਼ ਤੋਂ ਬਰਾਮਦ 15 ਬਕਸਿਆਂ 'ਚੋਂ 14 'ਚ ਸਨ ਗੁਪਤ ਦਸਤਾਵੇਜ਼। FBI। ਅਮਰੀਕਾ ਦੇ ਕੈਂਟਕੀ ਸੂਬੇ 'ਚ ਗੋਲੀਬਾਰੀ ਦੌਰਾਨ 2 ਦੀ ਮੌਤ, 2 ਜ਼ਖਮੀ ਤੇ ਅਮਰੀਕਾ 'ਚ ਹੋਰ ਵੀ ਇੱਕ ਥਾਂ ਤੇ ਹੋਈ ਗੋਲੀਬਾਰੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਇੱਕ ਹੋਰ ਅਕਾਦਮਿਕ ਸਾਲ ਦੀ ਸ਼ੁਰੂਆਤ ਦੇ ਆਸ-ਪਾਸ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਇਹ ਪਤਾ ਲਗਾਉਣ ਲਈ ਉਡੀਕ ਕਰ ਰਹੇ ਨੇ ਕਿ ਕੀ ਉਹ ਵਿਅਕਤੀਗਤ ਕਲਾਸਾਂ ਲਈ ਲੰਬੇ ਸਿਰ ਕੈਨੇਡਾ ਵਿੱਚ ਦਾਖਲ ਹੋ ਸਕਣਗੇ ਜਾਂ ਨਹੀਂ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਲਗਭਗ 1,69,000 ਵਿਦਿਆਰਥੀ 15 ਅਗਸਤ ਤੱਕ ਆਪਣੇ ਸਟੱਡੀ ਪਰਮਿਟ ਲਈ ਕੈਨੇਡੀਅਨ ਪ੍ਰਵਾਨਗੀ ਦੀ ਉਡੀਕ ਕਰ ਰਹੇ ਨੇ। ਇਹ ਸਪਸ਼ਟ ਹੈ ਕਿ ਉਹਨਾਂ ਵਿੱਚੋਂ ਕਿੰਨੇ ਬਿਨੇਕਾਰ ਅਗਲੇ ਮਹੀਨੇ ਕਲਾਸਾਂ ਸ਼ੁਰੂ ਕਰਨ ਵਾਲੇ ਸਨ। ਫੈਡਰਲ ਅੰਕੜੇ ਦਰਸਾਉਂਦੇ ਨੇ ਕਿ ਜੁਲਾਈ ਦੇ ਅੰਤ ਤੱਕ ਬਕਾਇਆ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿੱਚੋਂ 34% ਸਰਕਾਰੀ ਮਾਪਦੰਡਾਂ ਦੇ ਨਿਰਧਾਰਨ ਨਾਲੋਂ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੈ ਰਹੀਆਂ ਨੇ। UBC ਦੇ ਬੁਲਾਰੇ ਮੈਥਿਊ ਰਾਮਸੇ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ ਅਗਸਤ ਤੱਕ 4000 ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਲਗਭਗ 500 ਨੇ ਸੰਕੇਤ ਦਿੱਤਾ ਸੀ ਕਿ ਉਹ ਵੀਜ਼ਾ ਪ੍ਰੋਸੈਸਿੰਗ ਵਿੱਚ ਦੇਰੀ ਦਾ ਅਨੁਭਵ ਕਰ ਰਹੇ ਨੇ, ਪਰ ਇਹ ਗਿਣਤੀ ਵੱਧ ਹੋ ਸਕਦੀ ਹੈ। ਟੋਰਾਂਟੋ ਯੂਨੀਵਰਸਿਟੀ, ਜੋ ਕਿ ਇਸ ਪਤਝੜ ਵਿੱਚ ਜ਼ਿਆਦਾਤਰ ਵਿਅਕਤੀਗਤ ਕਲਾਸਾਂ ਲਈ ਤਿਆਰ ਰਹਿ ਰਹੀ ਹੈ, ਉਹਨਾਂ ਸਾਰੇ ਯੋਗ ਵਿਦਿਆਰਥੀਆਂ ਨੂੰ ਵੀ ਮੁਲਤਵੀ ਕਰ ਰਹੀ ਹੈ ਜੋ ਸਟੱਡੀ ਪਰਮਿਟ ਵਿੱਚ ਦੇਰੀ ਕਾਰਨ ਕੈਨੇਡਾ ਪਹੁੰਚਣ ਦੇ ਯੋਗ ਨਹੀਂ ਹਨ। ਮੈਨੀਟੋਬਾ ਯੂਨੀਵਰਸਿਟੀ ਨੇ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰਾਂ ਨਾਲ ਪ੍ਰੋਸੈਸਿੰਗ ਦੇ ਸਮੇਂ ਅਤੇ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੇ ਮੌਜੂਦਾ ਬੈਕਲੌਗ ਨੂੰ ਖਤਮ ਕਰਨ ਬਾਰੇ ਚਿੰਤਾਵਾਂ ਵੀ ਉਠਾਈਆਂ ਨੇ। ਇਸ ਸਾਲ ਤੱਕ ਹੁਣ ਤੱਕ IRCC ਨੇ ਲਗਭਗ 3,60,000 ਸਟੱਡੀ ਵੀਜ਼ਿਆਂ ਦੀ ਪ੍ਰਕਿਰਿਆ ਕੀਤੀ ਹੈ, ਜੋ ਕਿ 2021 ਦੀ ਇਸੇ ਮਿਆਦ ਦੇ ਮੁਕਾਬਲੇ 17% ਵੱਧ ਹੈ। ਵਾਟਰਲੂ ਯੂਨੀਵਰਸਿਟੀ ਨੇ ਕਿਹਾ ਕਿ ਯੂਨੀਵਰਸਿਟੀ ਦੇ ਬਹੁਤ ਸਾਰੇ ਇੰਸਟ੍ਰਕਟਰ ਉਹਨਾਂ ਵਿਦਿਆਰਥੀਆਂ ਲਈ ਇੱਕ ਰਿਮੋਟ ਵਿਕਲਪ ਉਪਲਬਧ ਕਰਵਾਉਣਗੇ ਜੋ ਵੀਜ਼ਾ ਦੇਰੀ ਕਾਰਨ ਮਿਆਦ ਦੇ ਸ਼ੁਰੂ ਵਿੱਚ ਕੈਨੇਡਾ ਨਹੀਂ ਪਹੁੰਚ ਸਕਦੇ ਨੇ। ਕਿਸੇ ਵੀ ਅੰਤਰਰਾਸ਼ਟਰੀ ਵਿਦਿਆਰਥੀ ਲਈ ਜੋ ਆਪਣਾ ਦਾਖਲਾ ਮੁਲਤਵੀ ਕਰਨਾ ਚਾਹੁੰਦਾ ਹੈ, ਸਮਾਂ ਸੀਮਾ ਸਤੰਬਰ 27, 2022 ਤੱਕ ਵਧਾ ਦਿੱਤੀ ਹੈ। ਪਿਛਲੀ ਸਮਾਂ ਸੀਮਾ 31 ਅਗਸਤ ਸੀ। ਫੈਡਰਲ ਪੱਧਰ ਤੇ ਵਿਦੇਸ਼ਾਂ ਤੋਂ ਆਨਲਾਈਨ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਤਾਂ ਜੋ 31 ਅਗਸਤ 2022 ਤੋਂ ਬਾਅਦ ਸਟੱਡੀ ਪਰਮਿਟ ਦੀ ਅਰਜ਼ੀ ਜਮ੍ਹਾਂ ਕਰਦੇ ਨੇ, ਆਪਣੇ ਪੋਸਟ ਗ੍ਰੈਜੂਏਸ਼ਨ ਕੰਮ ਨੂੰ ਪ੍ਰਭਾਵਿਤ ਕੀਤੇ ਬਿਨਾਂ ਆਪਣੇ ਪ੍ਰੋਗਰਾਮ ਦਾ 100% ਤੱਕ ਆਨਲਾਈਨ ਪੂਰਾ ਕਰਨ ਦੇ ਯੋਗ ਹੋਣਗੇ। ਵੱਡੇ ਬੈਕਲੌਗ ਨੂੰ ਹੱਲ ਕਰਨ ਲਈ IRCC 1250 ਨਵੇਂ ਕਰਮਚਾਰੀਆਂ ਨੂੰ ਪਤਝੜ ਦੇ ਅੰਤ ਤੱਕ ਬੋਰਡ ਦੇ ਲਿਆਉਣ ਦੇ ਲਈ ਭਰਤੀ ਦੀ ਮੁਹਿੰਮ ਚਲਾ ਰਹੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲਾ ਦੇ ਤਾਜ਼ਾ ਫੈਸਲੇ ਅਨੁਸਾਰ 21 ਅਗਸਤ 2022 ਜਾਂ ਇਸ ਤੋਂ ਪਹਿਲਾਂ ਸਟੱਡੀ ਪਰਮਿਟ ਅਪਲਾਈ ਕਰਨ ਲਈ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਨ ਦੇ ਬਾਵਜੂਦ ਓਪਨ ਵਰਕ ਪਰਮਿਟ ਦੇਣ ਦੀ ਛੋਟ ਨੂੰ 31 ਅਗਸਤ 2023 ਤੱਕ ਵਧਾ ਦਿੱਤਾ ਗਿਆ। ਪਰ ਇਹ ਛੋਟ ਕੇਵਲ ਉਹਨਾਂ ਵਿਦਿਆਰਥੀਆਂ ਨੂੰ ਮਿਲੇਗੀ ਜੋ ਆਪਣੀ ਘੱਟ ਤੋਂ ਘੱਟ 50% ਦੀ ਪੜ੍ਹਾਈ ਕੈਨੇਡਾ 'ਚ ਪਹੁੰਚ ਕੇ ਪੂਰੀ ਕਰਨਗੇ। ਇਸ ਦਾ ਭਾਵ ਹੈ ਕਿ ਜੇਕਰ ਪੂਰਾ ਕੋਰਸ 2 ਸਾਲ ਦਾ ਹੈ ਤਾਂ ਵੱਧ ਤੋਂ ਵੱਧ 1 ਸਾਲ ਵਿਦੇਸ਼ਾਂ 'ਚ ਆਨਲਾਈਨ ਪੜ੍ਹਿਆ ਜਾ ਸਕੇਗਾ। 31 ਦਸੰਬਰ 2022 ਤੱਕ ਉਹਨਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਓਪਨ ਵਰਕ ਪਰਮਿਟ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੇ ਸਾਰੀ ਪੜ੍ਹਾਈ ਵਿਦੇਸ਼ਾਂ ਤੋਂ ਆਨਲਾਈਨ ਪੂਰੀ ਕੀਤੀ ਹੈ। ਕੈਨੇਡਾ ਦੀ ਐਮਬੈਸੀ ਤੋਂ ਸਟੱਡੀ ਪਰਮਿਟ ਮਨਜ਼ੂਰ ਹੋ ਜਾਣ ਤੋਂ ਬਾਅਦ ਪੜ੍ਹਨਾ ਸ਼ੁਰੂ ਕਰਨਾ ਜ਼ਰੂਰੀ ਹੈ। ਸਟੱਡੀ ਪਰਮਿਟ ਮਨਜ਼ੂਰ ਕਰਵਾਏ ਬਿਨਾਂ ਕੈਨੇਡਾ ਦੇ ਵਿਦਿਅਕ ਅਦਾਰਿਆਂ ਨਾਲ ਕੀਤੀ ਹੋਈ ਆਨਲਾਈਨ ਪੜ੍ਹਾਈ ਨੂੰ ਵਰਕ ਪਰਮਿਟ ਦੇ ਯੋਗ ਨਹੀਂ ਮੰਨਿਆ ਜਾਏਗਾ। ਕੋਵਿਡ ਮਹਾਮਾਰੀ ਤੋਂ ਪਹਿਲਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੀ ਸਾਰੀ ਪੜ੍ਹਾਈ ਕੈਨੇਡਾ 'ਚ ਪਹੁੰਚ ਕੇ ਕਰਨ ਤੋਂ ਬਾਅਦ ਹੀ ਓਪਨ ਵਰਕ ਪਰਮਿਟ ਮਿਲਦਾ ਸੀ। ਇਸ ਦੌਰਾਨ ਪਤਾ ਲੱਗਿਆ ਕਿ ਭਾਰਤ ਵਿੱਚ ਵਿਦਿਆਰਥੀਆਂ ਨੂੰ ਕੈਨੇਡਾ ਦੇ ਸਟੱਡੀ ਵੀਜ਼ਾ ਤੋਂ ਹੋ ਰਹੀ ਧੜਾਧੜ ਨਾ ਅਤੇ ਵੀਜ਼ਾ ਮਿਲਣ 'ਚ ਲੱਗ ਰਹੀ ਦੇਰੀ ਦਾ ਮੁੱਦਾ ਓਟਾਵਾ ਵਿਖੇ ਭਾਰਤ ਦੇ ਦੂਤਘਰ ਵੱਲੋਂ ਉਠਾਇਆ ਜਾ ਰਿਹਾ। ਰਾਜਧਾਨੀ ਓਟਾਵਾ ਤੋਂ ਕੈਨੇਡਾ ਦੇ ਇੱਕ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ ਬਹੁਤ ਸਾਰੇ ਦੇਸ਼ਾਂ ਤੋਂ ਵੱਡੀ ਗਿਣਤੀ 'ਚ ਲੋਕਾਂ ਨੇ ਕੈਨੇਡਾ ਦੇ ਵੀਜ਼ਾ ਅਪਲਾਈ ਕੀਤੇ ਹੋਏ ਨੇ, ਜਿਸ ਨਾਲ ਅਰਜ਼ੀਆਂ ਦੇ ਨਿਪਟਾਰੇ 'ਚ ਦੇਰੀ ਹੋ ਰਹੀ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਦੇ ਵੀਜ਼ਾ ਵਾਸਤੇ ਜਾਲੀ ਦਸਤਾਵੇਜ਼ ਵੀ ਅਰਜ਼ੀਆਂ ਦੇ ਜਲਦੀ ਨਿਪਟਾਰੇ 'ਚ ਇੱਕ ਵੱਡੀ ਰੁਕਾਵਟ ਦੀ ਵਜ੍ਹਾ ਸਾਬਤ ਹੋ ਰਹੇ ਨੇ।
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਦੱਸਿਆ ਕਿ ਇਸ ਸਾਲ ਦੇ ਅਖੀਰ ਤੱਕ 4,31,000 ਪ੍ਰਵਾਸੀਆਂ ਨੂੰ ਦੇਸ਼ ਵਿੱਚ ਪੱਕੇ ਤੌਰ ਤੇ ਮੌਕਾ ਦੇਣ ਦਾ ਟੀਚਾ ਪੂਰਾ ਕੀਤਾ ਜਾਏਗਾ। ਉਹਨਾਂ ਨੇ ਅੱਗੇ ਕਿਹਾ ਕਿ 1 ਜਨਵਰੀ ਤੋਂ 31 ਜੁਲਾਈ 2022 ਤੱਕ 2,75,000 ਤੋਂ ਵੱਧ ਪ੍ਰਵਾਸੀਆਂ ਨੂੰ ਪੱਕੇ ਕੀਤਾ ਜਾ ਚੁੱਕਾ ਹੈ। ਇਸ ਸਮੇਂ ਕੈਨੇਡਾ 'ਚ ਜਾਣ ਲਈ ਲਗਭਗ 28 ਲੱਖ ਲੋਕ ਅਪਲਾਈ ਕਰਕੇ ਕੈਨੇਡੀਅਨ ਵੀਜ਼ਾ ਅਧਿਕਾਰੀਆਂ ਦੇ ਫੈਸਲੇ ਦੀ ਉਡੀਕ ਕਰ ਰਹੇ ਨੇ। ਇਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ ਵੀਜ਼ਾ, ਵਰਕ ਪਰਮਿਟ, ਪੱਕੀ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਦੀਆਂ ਅਰਜ਼ੀਆਂ ਦਾ ਨਿਪਟਾਰਾ ਮਿੱਥੇ ਹੋਏ ਮਿਆਰਾਂ ਦੇ ਅਨੁਕੂਲ ਕਰਨ ਲਈ 1250 ਮੁਲਾਜ਼ਮਾਂ ਦੀ ਨਵੀਂ ਭਰਤੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਐਕਸਪ੍ਰੈਸ ਐਂਟਰੀ 'ਚੋਂ ਡਰਾ ਲਗਾਤਾਰ ਕੱਢੇ ਜਾ ਰਹੇ ਨੇ ਅਤੇ ਜਿਨ੍ਹਾਂ ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ, ਉਹਨਾਂ ਦੀਆਂ ਅਰਜ਼ੀਆਂ ਦਾ ਫੈਸਲਾ 6 ਮਹੀਨਿਆਂ 'ਚ ਕਰਨ ਦਾ ਟੀਚਾ ਹੈ, ਜਿਸ ਨੂੰ ਅਗਲੇ ਸਾਲ ਦੇ ਸ਼ੁਰੂ 'ਚ ਪੂਰਾ ਕਰ ਲਿਆ ਜਾਏਗਾ। ਇਹ ਵੀ ਕਿ ਵਿਆਹੁਤਾ ਪ੍ਰਵਾਸੀ ਦਾ ਇਮੀਗ੍ਰੇਸ਼ਨ ਕੇਸ 1 ਸਾਲ ਵਿੱਚ ਨਿਪਟਾ ਦੇਣ ਦਾ ਟੀਚਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲਾ ਵੱਲੋਂ ਬੀਤੇ ਸਾਲ ਦੌਰਾਨ ਲਗਭਗ 2 ਲੱਖ ਵਰਕ ਪਰਮਿਟ ਜਾਰੀ ਕੀਤੇ ਗਏ ਸਨ, ਪਰ ਇਸ ਸਾਲ ਵਿੱਚ ਜੁਲਾਈ ਤੱਕ 3,50,000 ਦੇ ਕਰੀਬ ਵਰਕ ਪਰਮਿਟ ਓਪਨ ਵਰਕ ਪਰਮਿਟਾਂ ਸਮੇਤ ਮਨਜ਼ੂਰ ਕੀਤੇ ਜਾ ਚੁੱਕੇ ਨੇ। ਦੇਸ਼ ਵਿੱਚ ਕਾਮਿਆਂ ਦੀ ਘਾਟ ਕਾਰਨ ਸਾਬਕਾ ਵਿਦੇਸ਼ੀ ਵਿਦਿਆਰਥੀਆਂ ਅਤੇ ਵਰਕਰਾਂ ਨੂੰ ਕੰਮ ਕਰਨ ਦਾ ਮੌਕਾ ਮਿਲਣਾ ਜਾਰੀ ਹੈ। ਅੰਕੜਿਆਂ ਦੇ ਮੁਤਾਬਕ ਕੈਨੇਡਾ ਵੱਲੋਂ ਰੋਜ਼ਾਨਾ ਲਗਭਗ 1700 ਵਰਕ ਪਰਮਿਟ ਮਨਜ਼ੂਰ ਕੀਤੇ ਜਾ ਰਹੇ ਨੇ। 2022 ਦੇ ਬੀਤੇ ਮਹੀਨਿਆਂ ਦੌਰਾਨ 3,60,000 ਤੋਂ ਵੱਧ ਸਟੱਡੀ ਪਰਮਿਟ ਜਾਰੀ ਕੀਤੇ ਗਏ ਨੇ, ਪਰ ਭਾਰਤੀ ਵਿਦਿਆਰਥੀਆਂ ਨੂੰ ਬੀਤੇ ਸਾਲਾਂ ਦੇ ਮੁਕਾਬਲੇ ਇਸ ਸਾਲ ਵਿੱਚ ਸਟੱਡੀ ਪਰਮਿਟ ਤੋਂ ਇਨਕਾਰ ਵਧਣ ਦੀਆਂ ਖਬਰਾਂ ਜ਼ਿਆਦਾ ਮਿਲ ਰਹੀਆਂ ਨੇ। ਵਾਇਰਸ ਰੋਕੂ ਕੰਟਰੋਲ ਨੂੰ ਲੈ ਕੇ ਵਿਵਾਦ ਵਿੱਚ ਬੀਜਿੰਗ ਵੱਲੋਂ ਅਮਰੀਕੀ ਕੰਪਨੀਆਂ ਦੀਆਂ ਉਡਾਣਾਂ ਰੱਦ ਕੀਤੇ ਜਾਣ ਤੋਂ ਬਾਅਦ ਅਮਰੀਕਾ ਦੀ ਸਰਕਾਰ ਨੇ ਅਮਰੀਕਾ ਤੋਂ ਚੀਨੀ ਏਅਰਲਾਈਨਸ ਦੀਆਂ 26 ਉਡਾਣਾਂ ਨੂੰ ਰੱਦ ਕਰ ਦਿੱਤਾ। ਟਰਾਂਸਪੋਰਟ ਮਹਿਕਮੇ ਨੇ ਵੀਰਵਾਰ ਨੂੰ ਸ਼ਿਕਾਇਤ ਕੀਤੀ ਹੈ ਕਿ ਬੀਜਿੰਗ ਨੇ ਇੱਕ ਹਵਾਈ ਯਾਤਰਾ ਸਮਝੌਤੇ ਦੀ ਉਲੰਘਣਾ ਕੀਤੀ ਸੀ ਅਤੇ ਏਅਰਲਾਈਨਾਂ ਦੇ ਨਾਲ ਇੱਕ ਅਜਿਹੀ ਪ੍ਰਣਾਲੀ ਤਹਿਤ ਗਲਤ ਵਿਵਹਾਰ ਕੀਤਾ ਸੀ ਜਿਸ ਦੇ ਲਈ ਯਾਤਰੀਆਂ ਨੂੰ ਕੋਰੋਨਾ ਦੇ ਟੈਸਟ ਦੌਰਾਨ ਪੋਜ਼ਿਟਿਵ ਪਾਏ ਜਾਣ ਤੇ ਉਡਾਣਾਂ ਨੂੰ ਰੱਦ ਕਰਨ ਦੀ ਲੋੜ ਹੁੰਦੀ ਹੈ। ਟਰਾਂਸਪੋਰਟ ਮਹਿਕਮੇ ਦੇ ਮੁਤਾਬਕ ਅਮਰੀਕੀ ਰੈਗੂਲੇਟਰਾਂ ਨੇ ਨਿਊਯਾਰਕ ਸ਼ਹਿਰ ਤੋਂ ਏਅਰ ਚਾਈਨਾ ਲਿਮਟਿਡ ਦੀਆਂ 7 ਉਡਾਣਾਂ ਅਤੇ ਲਾਸ ਏਂਜਲਸ ਤੋਂ ਏਅਰ ਚਾਈਨਾ, ਚਾਈਨਾ ਈਸਟਰਨ ਏਅਰਲਾਈਨਸ ਲਿਮਟਿਡ, ਚਾਈਨਾ ਸਦਰਨ ਏਅਰਲਾਈਨਸ ਲਿਮਟਿਡ ਅਤੇ ਸ਼ਿਆਮਨ ਏਅਰਲਾਈਨਸ ਲਿਮਟਿਡ ਦੀਆਂ ਕੁੱਲ 19 ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਟਰਾਂਸਪੋਰਟ ਮਹਿਕਮੇ ਦੇ ਮੁਤਾਬਕ ਬੀਜਿੰਗ ਦੇ ਸਰਕਿਟ ਬ੍ਰੇਕਰ ਪ੍ਰਣਾਲੀ ਤਹਿਤ ਅਮਰੀਕੀ ਜਹਾਜ਼ ਕੰਪਨੀਆਂ ਯੂਨਾਈਟਿਡ ਏਅਰਲਾਈਨਸ, ਅਮਰੀਕਨ ਏਅਰਲਾਈਨਸ ਅਤੇ ਡੈਲਟਾ ਏਅਰਲਾਈਨਸ ਨੂੰ ਵੀ ਬਰਾਬਰ ਗਿਣਤੀ ਵਿੱਚ ਉਡਾਣਾਂ ਨੂੰ ਰੱਦ ਕਰਨਾ ਪਿਆ ਸੀ। ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਇੱਕ ਮੈਕਸੀਕਨ ਅਮਰੀਕਨ ਔਰਤ ਵੱਲੋਂ 4 ਭਾਰਤੀ ਅਮਰੀਕੀ ਔਰਤਾਂ ਨਾਲ ਨਸਲੀ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਦੋਸ਼ੀ ਔਰਤ ਨੇ ਨਸਲੀ ਟਿੱਪਣੀਆਂ ਕਰਦਿਆਂ ਕਿਹਾ ਸੀ ਕਿ ਉਹ ਅਮਰੀਕਾ ਨੂੰ ਬਰਬਾਦ ਕਰ ਰਹੀਆਂ ਨੇ ਅਤੇ ਉਹਨਾਂ ਨੂੰ ਭਾਰਤ ਵਾਪਸ ਚਲੇ ਜਾਣਾ ਚਾਹੀਦਾ ਹੈ। ਦੋਸ਼ੀ ਔਰਤ, ਜਿਸ ਨੂੰ ਨਫ਼ਰਤੀ ਅਪਰਾਧ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ, ਵੀਡੀਓ 'ਚ ਆਪਣੀ ਪਛਾਣ ਮੈਕਸੀਕਨ ਅਮਰੀਕਨ ਵਜੋਂ ਦੱਸ ਰਹੀ ਹੈ ਅਤੇ ਭਾਰਤੀ ਅਮਰੀਕੀ ਔਰਤਾਂ ਦੇ ਇੱਕ ਸਮੂਹ ਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ। ਵਾਇਰਲ ਵੀਡੀਓ 'ਚ ਐਸਮੈਰਾਲਡਾ ਅਪਟਨ ਕਹਿੰਦੀ ਹੈ ਕਿ ਮੈਂ ਭਾਰਤੀਆਂ ਨਾਲ ਨਫ਼ਰਤ ਕਰਦੀ ਹਾਂ। ਵੀਡੀਓ 'ਚ ਉਹ ਔਰਤਾਂ ਦੇ ਸਮੂਹ ਨੂੰ ਭਾਰਤ ਵਾਪਸ ਜਾਣ ਲਈ ਵੀ ਕਹਿ ਰਹੀ ਸੀ ਤੇ ਉਹ ਅੱਗੇ ਕਹਿ ਰਹੀ ਸੀ, ਤੁਸੀਂ ਲੋਕ ਇਸ ਦੇਸ਼ ਨੂੰ ਬਰਬਾਦ ਕਰ ਰਹੇ ਹੋ। ਇਸ ਤੋਂ ਬਾਅਦ ਜਦੋਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਗਿਆ ਤਾਂ ਇਹ ਵੀਡੀਓ ਵਾਇਰਲ ਹੋ ਗਈ ਤੇ ਬਾਅਦ ਦੇ ਵਿੱਚ ਇਸ ਔਰਤ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਅਮਰੀਕਨ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਕਿ FBI ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫਲੋਰੀਡਾ ਸਥਿਤ ਰਿਹਾਇਸ਼ ਤੋਂ ਬਰਾਮਦ ਕੀਤੇ ਗਏ 15 ਬਕਸਿਆਂ ਚੋਂ 14 ਚ ਗੁਪਤ ਦਸਤਾਵੇਜ਼ ਸਨ। FBI ਨੇ ਇਸ ਮਹੀਨੇ ਟਰੰਪ ਦੇ ਮਾਰ-ਆ-ਲਾਗੋ ਰਿਹਾਇਸ਼ ਤੇ ਛਾਪੇ ਮਾਰਨ ਤੇ ਸਪਸ਼ਟੀਕਰਨ ਦਿੰਦੇ ਹੋਏ ਸ਼ੁੱਕਰਵਾਰ ਨੂੰ ਇੱਕ ਹਲਫਨਾਮਾ ਜਾਰੀ ਕੀਤਾ। FBI ਦੇ 32 ਪੰਨਿਆਂ ਦੇ ਹਲਫਨਾਮੇ 'ਚ ਅਪਰਾਧਿਕ ਜਾਂਚ ਨੂੰ ਲੈ ਕੇ ਵਾਧੂ ਜਾਣਕਾਰੀਆਂ ਨੇ। ਇਸ ਵਿੱਚ ਕਿਹਾ ਗਿਆ ਹੈ ਕਿ ਮਾਰ-ਆ-ਲਾਗੋ ਸਥਿਤ ਰਿਹਾਇਸ਼ ਤੋਂ ਸੰਵੇਦਨਸ਼ੀਲ ਦਸਤਾਵੇਜ਼ ਬਰਾਮਦ ਕੀਤੇ ਗਏ। ਦਸਤਾਵੇਜ਼ਾਂ ਵਿੱਚ ਜਾਂਚ ਦਾ ਸਭ ਤੋਂ ਮਹੱਤਵਪੂਰਨ ਵੇਰਵੇ ਪੇਸ਼ ਕੀਤੇ ਗਏ ਨੇ, ਪਰ FBI ਅਧਿਕਾਰੀਆਂ ਨੇ ਇਸ ਵਿੱਚ ਕੁਝ ਬਦਲਾਅ ਵੀ ਕੀਤੇ ਨੇ ਤਾਂ ਕਿ ਗਵਾਹਾਂ ਦੇ ਪਛਾਣ ਦਾ ਖੁਲਾਸਾ ਨਾ ਹੋ ਸਕੇ ਅਤੇ ਜਾਂਚ ਦੇ ਸੰਵੇਦਨਸ਼ੀਲ ਤੌਰ ਤਰੀਕਿਆਂ ਦਾ ਵੀ ਖੁਲਾਸਾ ਨਾ ਕੀਤਾ ਜਾਏ। FBI ਨੇ ਇੱਕ ਜੱਜ ਨੂੰ ਇਹ ਹਲਫਨਾਮਾ ਦਿੱਤਾ ਤਾਂ ਕਿ ਉਹ ਟਰੰਪ ਦੀ ਰਿਹਾਇਸ਼ ਤੇ ਛਾਪੇ ਦਾ ਵਾਰੰਟ ਹਾਸਲ ਕਰ ਸਕੇ। ਇਸ ਹਲਫਨਾਮੇ 'ਚ ਉਹਨਾਂ ਨੇ ਅਹਿਮ ਸਵਾਲ ਦੇ ਜਵਾਬ ਮਿਲ ਸਕਦੇ ਨੇ ਕਿ ਟਰੰਪ ਵਾਈਟ ਹਾਊਸ ਤੋਂ ਜਾਣ ਤੋਂ ਬਾਅਦ ਗੁਪਤ ਦਸਤਾਵੇਜ਼ਾਂ ਨੂੰ ਆਪਣੇ ਨਾਲ ਮਾਰ-ਆ-ਲਾਗੋ ਰਿਹਾਇਸ਼ ਨੂੰ ਕਿਉਂ ਲੈ ਗਏ ਅਤੇ ਟਰੰਪ ਅਤੇ ਉਹਨਾਂ ਦੇ ਪ੍ਰਤੀਨਿਧੀਆਂ ਨੇ ਇਹ ਦਸਤਾਵੇਜ਼ ਨੈਸ਼ਨਲ ਆਰਕਾਈਵਜ਼ ਅਤੇ ਰਿਕਾਰਡ ਬਿਊਰੋ ਨੂੰ ਕਿਉਂ ਨਹੀਂ ਦਿੱਤੇ। ਅਮਰੀਕਾ ਦੇ ਪੱਛਮੀ ਕੈਂਟਕੀ ਵਿੱਚ ਪੁਰਸ਼ਾਂ ਦੇ ਇੱਕ ਸ਼ੈਲਟਰ 'ਚ ਹੋਈ ਗੋਲੀਬਾਰੀ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ। ਹੈਂਡਰਸਨ ਪੁਲਿਸ ਵਿਭਾਗ ਨੇ ਸੋਸ਼ਲ ਮੀਡੀਆ ਤੇ ਇੱਕ ਬਿਆਨ 'ਚ ਕਿਹਾ
ਕਿ ਹਾਰਬਰ ਹਾਊਸ ਕ੍ਰਿਸਚੀਅਨ ਸੈਂਟਰ 'ਚ ਇੱਕ ਸ਼ੂਟਰ ਦੇ ਹੋਣ ਦੀ ਸੂਚਨਾ ਤੇ ਅਧਿਕਾਰੀਆਂ ਨੇ ਵੀਰਵਾਰ ਸ਼ਾਮ ਨੂੰ ਕਾਰਵਾਈ ਕੀਤੀ। ਹੈਂਡਰਸਨ ਸ਼ਹਿਰ ਦੇ ਕਮਿਸ਼ਨਰ ਰਾਬਰਟ ਪ੍ਰੂਇਟ ਨੇ ਇੰਡੀਆਨਾ ਦੇ ਇਵਾਂਸ ਵਿਲੇਜ ਦਾ ਕੋਰੀਅਨ ਐਂਡ ਪ੍ਰੈਸ ਨੂੰ ਦੱਸਿਆ ਕਿ ਗੋਲੀਬਾਰੀ ਸ਼ਾਮ ਲਗਭਗ 7:40 ਤੇ ਹੋਈ ਅਤੇ ਉਸ ਸਮੇਂ ਲਗਭਗ 15 ਲੋਕ ਕੇਂਦਰ ਦੇ ਅੰਦਰ ਸਨ। ਪੁਲਿਸ ਨੇ ਸ਼ੱਕੀ ਦੀ ਪਛਾਣ ਹੈਂਸਨ ਦੇ ਕੈਨੇਥ ਬੀ ਗਿਬਸ ਵਜੋਂ ਕੀਤੀ ਹੈ ਅਤੇ ਕਿਹਾ ਕਿ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਹੈਂਸਨ ਦੇ ਪੁਲਿਸ ਮੁਖੀ ਸੀਨ ਮੈਕਨੀ ਨੇ ਦੱਸਿਆ ਕਿ ਸ਼ੈਲਟਰ ਹੋਮ 'ਚ ਚਸ਼ਮਦੀਦਾ ਵੱਲੋਂ ਗਿਬਸ ਨੂੰ ਸ਼ੂਟਰ ਦੇ ਰੂਪ 'ਚ ਪਛਾਣਿਆ ਗਿਆ ਤੇ ਜਦੋਂ ਮਿਲਿਆ ਤਾਂ ਉਸ ਦੇ ਕੋਲ ਹਥਿਆਰ ਸਨ। ਹੈਂਸਨ ਪੁਲਿਸ ਲੈਫਟੀਨੈਂਟ ਸਟੀਵਰਟ ਉਹਨਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜ਼ਖਮੀ ਲੋਕਾਂ ਦੀ ਹਾਲਤ ਸਥਿਰ ਹੈ। ਉਹਨਾਂ ਨੇ ਦੱਸਿਆ ਕਿ ਗਿਬਸ ਨੂੰ ਹੈਂਸ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ। ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ ਗੋਲੀਬਾਰੀ ਦੌਰਾਨ ਇੱਕ ਮਹਿਲਾ ਕਾਂਸਟੇਬਲ ਸਣੇ 4 ਜਣਿਆਂ ਦੀ ਮੌਤ ਹੋ ਗਈ। ਪੀਮਾ ਕਾਉਂਟੀ ਦੀ ਕਾਂਸਟੇਬਲ ਡੈਬਰਾ ਮਾਰਟੀਨੇਜ਼ ਕੈਰੀ ਬੇ ਟਿਊਸਨ ਵਿਖੇ ਇੱਕ ਅਪਾਰਟਮੈਂਟ ਖਾਲੀ ਕਰਵਾਉਣ ਦੇ ਮਾਮਲੇ 'ਚ ਪੁੱਜੀ ਸੀ, ਜਿੱਥੇ ਉਸ ਨੂੰ ਗੋਲੀ ਮਾਰ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਅਪਾਰਟਮੈਂਟ ਵਿੱਚੋਂ ਕੱਢੇ ਜਾ ਰਹੇ ਸ਼ਖਸ ਨੇ ਮਹਿਲਾ ਪੁਲਿਸ ਅਫਸਰ ਅਤੇ ਅਪਾਰਟਮੈਂਟ ਦੇ ਮੈਨੇਜਰ ਨੂੰ ਗੋਲੀ ਮਾਰਨ ਮਗਰੋਂ ਖੁਦਕੁਸ਼ੀ ਕਰ ਲਈ, ਪਰ ਚੌਥੇ ਸ਼ਖਸ ਦੀ ਪਛਾਣ ਨਹੀਂ ਹੋ ਸਕੀ ਜੋ ਗੋਲੀਬਾਰੀ ਦੀ ਭੇਂਟ ਚੜ੍ਹ ਗਿਆ। ਟਿਊਸਲ ਪੁਲਿਸ ਵਿਭਾਗ ਨੇ ਦੱਸਿਆ ਹੈ ਕਿ ਵੀਰਵਾਰ ਸਵੇਰੇ 11 ਵਜੇ ਗੋਲੀਬਾਰੀ ਹੋਈ ਅਤੇ ਬਾਕੀਆਂ ਦੀ ਪਛਾਣ ਵੀ ਜਲਦੀ ਜਨਤਕ ਕਰ ਦਿੱਤੀ ਜਾਏਗੀ। ਪਿਛਲੇ 16 ਸਾਲ ਤੋਂ ਪੁਲਿਸ ਮਹਿਕਮੇ ਵਿੱਚ ਸੇਵਾਵਾਂ ਨਿਭਾ ਰਹੀ ਡੈਬਰਾ ਦੀ ਬੇਵਕਤੀ ਮੌਤ ਕਾਰਨ ਪੂਰੇ ਪੁਲਿਸ ਮਹਿਕਮੇ ਵਿੱਚ ਸੋਗ ਦਾ ਮਾਹੌਲ ਹੈ। ਐਰੀਜ਼ੋਨਾ ਤੋਂ ਹਾਊਸ ਆਫ ਰਿਪਰੈਜ਼ੈਂਟੇਟਿਵ ਦੀ ਮੈਂਬਰ ਐਨ ਕਰਕ ਪੈਟਰਿਕ ਨੇ ਕਿਹਾ ਕਿ ਆਪਣਾ ਫਰਜ਼ ਨਿਭਾਉਂਦਿਆਂ ਮਹਿਲਾ ਪੁਲਿਸ ਅਫਸਰ ਜਾਨ ਵਾਰ ਦਿੱਤੀ। ਟੀਕਾ ਨਿਰਮਾਤਾ ਕੰਪਨੀ ਮੋਡਰਨਾ ਨੇ ਫਾਈਜ਼ਰ ਤੇ ਜਰਮਨੀ ਦਵਾਈ ਨਿਰਮਾਤਾ ਬਾਇਓਨਟੈਕ ਤੇ ਆਪਣੇ ਟੀਕੇ ਬਣਾਉਣ ਲਈ ਉਸਦੀ ਟੈਕਨੋਲੋਜੀ ਦੀ ਨਕਲ ਕਰਨ ਦਾ ਦੋਸ਼ ਲਗਾਇਆ ਅਤੇ ਉਹਨਾਂ ਦੇ ਵਿਰੁੱਧ ਮੁਕੱਦਮਾ ਦਾਇਰ ਵੀ ਕੀਤਾ। ਮੋਡਰਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫਾਈਜ਼ਰ ਅਤੇ ਬਾਇਓਨਟੈਕ ਦਾ ਟੀਕਾ ਕੌਮਰਨਟੀ ਉਹਨਾਂ ਦੀ ਪੇਟੈਂਟ ਦੀ ਉਲੰਘਣਾ ਕਰਦਾ ਹੈ, ਜਿਸ ਦੇ ਲਈ ਮੋਡਰਨਾ ਨੇ ਕਈ ਸਾਲ ਪਹਿਲਾਂ ਉਸਦੇ ਸੰਵਿਧਾਨਿਕ ਟੀਕੇ ਸਪਾਈਕਵੈਕਸ ਦੀ ਟੈਕਨੋਲੋਜੀ ਦੀ ਰੱਖਿਆ ਲਈ ਜਮ੍ਹਾਂ ਕੀਤੇ ਸਨ। ਕੰਪਨੀ ਨੇ ਅਮਰੀਕਾ ਦੀ ਸੰਘੀ ਅਦਾਲਤ ਅਤੇ ਜਰਮਨੀ ਦੀ ਇੱਕ ਅਦਾਲਤ ਤੇ ਮੁਕੱਦਮਾ ਦਾਇਰ ਕੀਤਾ ਹੈ। ਫਾਈਜ਼ਰ ਦੇ ਇੱਕ ਬੁਲਾਰਨ ਨੇ ਇਸ ਦੀ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਕੰਪਨੀ ਨੂੰ ਮੁਕੱਦਮੇ ਦੀ ਕਾਪੀ ਨਹੀਂ ਮਿਲੀ। ਮੋਡਰਨਾ ਤੇ ਫਾਈਜ਼ਰ ਦੇ ਕਰੋਨਾ ਵਾਇਰਸ ਰੋਕੂ 2 ਖੁਰਾਕ ਵਾਲੇ ਟੀਕਿਆਂ 'ਚ mRNA ਟੈਕਨੋਲੋਜੀ ਦੀ ਵਰਤੋਂ ਕੀਤੀ ਗਈ ਹੈ। ਮੋਡਰਨਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਟੀਫਨ ਨੇ ਕਿਹਾ ਕਿ ਕੰਪਨੀ ਨੇ ਇਸ ਤਕਨੀਕ ਨੂੰ ਵਿਕਸਿਤ ਕੀਤਾ ਸੀ ਅਤੇ ਇਸ ਦੇ ਲਈ ਅਰਬਾਂ ਡਾਲਰ ਦਾ ਨਿਵੇਸ਼ ਕੀਤਾ। ਰੂਸ ਦੇ ਖੇਤਾਂ, ਜੰਗਲਾਂ ਤੇ ਫੈਕਟਰੀਆਂ ਤੋਂ ਪਲਾਈਵੁੱਡ ਦੀਆਂ ਚਾਦਰਾਂ, ਐਲੂਮੀਨੀਅਮ ਦੀਆਂ ਰਾਡਾਂ ਤੇ ਰੇਡੀਓ ਐਕਟਿਵ ਸਮੱਗਰੀ ਨਾਲ ਭਰਿਆ ਇੱਕ ਸਮੁੰਦਰੀ ਬੇੜਾ ਬਾਲਟਿਮੋਰ ਦੀ ਬੰਦਰਗਾਹ ਤੇ ਪਹੁੰਚਿਆ। ਹਾਲਾਂਕਿ 6 ਮਹੀਨੇ ਪਹਿਲਾਂ ਰਾਸ਼ਟਰਪਤੀ ਜੋ ਬਾਈਡਨ ਨੇ ਰੂਸ ਵੱਲੋਂ ਯੂਕਰੇਨ ਤੇ ਹਮਲਾ ਕਰਨ ਦੇ ਮੱਦੇਨਜ਼ਰ ਵਲਾਦੀਮੀਰ ਪੁਤਿਨ ਨੂੰ ਢਾਹ ਲਾਉਣ ਦੇ ਇਰਾਦੇ ਨਾਲ ਵਧੋਕਾ, ਹੀਰੇ ਅਤੇ ਗੈਸੋਲੀਨ ਵਰਗੀਆਂ ਵਸਤੂਆਂ ਤੇ ਵਪਾਰਕ ਪਾਬੰਦੀ ਲਗਾ ਦਿੱਤੀ ਸੀ, ਪਰ ਅਰਬਾਂ ਡਾਲਰਾਂ ਦੀਆਂ ਸੈਂਕੜੇ ਹੋਰ ਕਿਸਮਾਂ ਦੀਆਂ ਗੈਰ ਮਨਜ਼ੂਰਸ਼ੁਦਾ ਵਸਤੂਆਂ ਲਗਾਤਾਰ ਰੂਸ ਦੇ ਸੈਂਟ ਪੀਟਰਸਬਰਗ ਤੋਂ ਬਾਲਟਿਮੋਰ ਸਮੇਤ ਹੋਰ ਅਮਰੀਕੀ ਬੰਦਰਗਾਹਾਂ ਵੱਲ ਜਾ ਰਹੀਆਂ ਨੇ। ਦਾ ਐਸੋਸੀਏਟ ਪ੍ਰੈਸ ਨੇ ਪਤਾ ਲਗਾਇਆ ਹੈ ਕਿ ਯੁੱਧ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਰੂਸੀ ਬੰਦਰਗਾਹਾਂ ਤੋਂ ਲੱਕੜੀ, ਧਾਤ, ਰਬੜ ਅਤੇ ਹੋਰ ਵਸਤਾਂ ਨਾਲ ਭਰੇ ਕਰੀਬ 3600 ਸਮੁੰਦਰੀ ਬੇੜੇ ਅਮਰੀਕੀ ਬੰਦਰਗਾਹਾਂ ਤੇ ਪੁੱਜੇ ਨੇ। ਸੂਬਾ ਵਿਭਾਗ ਦੇ ਸੈਕਸ਼ਨਜ਼ ਕੋਆਰਡੀਨੇਸ਼ਨ ਦਫ਼ਤਰ ਦੇ ਰਾਜਦੂਤ ਜ਼ਿਮੋ ਬ੍ਰੇਨ ਨੇ ਕਿਹਾ, ਜਦੋਂ ਅਸੀਂ ਪਾਬੰਦੀਆਂ ਲਗਾਉਂਦੇ ਹਾਂ ਤਾਂ ਇਹ ਵਿਸ਼ਵ ਵਪਾਰ ਵਿੱਚ ਵਿਘਨ ਪਾ ਸਕਦਾ ਹੈ। ਇਸ ਲਈ ਸਾਡਾ ਕੰਮ ਇਹ ਸੋਚਣਾ ਹੈ ਕਿ ਕਿਹੜੀਆਂ ਪਾਬੰਦੀਆਂ ਸਭ ਤੋਂ ਵੱਧ ਪ੍ਰਭਾਵ ਪਾਉਂਦੀਆਂ ਨੇ, ਜਦੋਂ ਕਿ ਵਿਸ਼ਵ ਵਪਾਰ ਕੰਮ ਕਰਨ ਦੀ ਆਗਿਆ ਵੀ ਦਿੰਦਾ ਹੈ। ਉਟਾਹਾ ਦੇ ਜ਼ਿਊਨ ਨੈਸ਼ਨਲ ਪਾਰਕ ਵਿੱਚ ਪਿਛਲੇ ਹਫ਼ਤੇ ਹੜ੍ਹ 'ਚ ਰੁੜੀ 29 ਸਾਲਾ ਭਾਰਤੀ ਅਮਰੀਕੀ ਹਾਈਕਰ ਦੀ ਮੌਤ ਹੋ ਗਈ ਹੈ। ਪਾਰਕ ਦੇ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। CBS ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਐਰੀਜ਼ੋਨਾ ਦੇ ਟਕਸਨ ਦੀ ਰਹਿਣ ਵਾਲੀ ਜ਼ੇਤਲ ਅਗਨੀਹੋਤਰੀ ਸਮੇਤ ਹੋਰ ਹਾਈਕਰ 19 ਅਗਸਤ ਨੂੰ ਆਏ ਹੜ੍ਹ ਵਿੱਚ ਰੁੜ ਗਏ ਸਨ। ਇਸ ਮਗਰੋਂ ਪਾਰਕ ਰੇਂਜਰਾਂ ਨੇ ਰਾਹਤ ਕਾਰਜ ਆਰੰਭਿਆ। ਪਾਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਪਾਕ ਦੀ ਵਰਜ਼ਨ ਨਦੀ 'ਚੋਂ ਅਗਨੀਹੋਤਰੀ ਦੀ ਲਾਸ਼ ਮਿਲੀ ਹੈ। ਰਿਪੋਰਟ ਦੇ ਅਨੁਸਾਰ ਇਹ ਪਾਕ ਅਮਰੀਕਾ ਦੀਆਂ ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਦਿਲ ਪਰਚਾਵੇ ਵਾਲੀਆਂ ਥਾਵਾਂ 'ਚੋਂ ਇੱਕ ਹੈ। ਹਾਲਾਂਕਿ ਇੱਥੇ ਅਕਸਰ ਹੀ ਹੜ੍ਹ ਦਾ ਖਤਰਾ ਬਣਿਆ ਰਹਿੰਦਾ ਹੈ। ਕੈਲਗਰੀ ਪੁਲਿਸ ਨੇ ਬੰਦੂਕਾਂ ਬਣਾਉਣ ਤੇ ਸ਼ਹਿਰ ਵਿੱਚ ਉਹਨਾਂ ਦੀ ਤਸਕਰੀ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਭਾਰਤੀ ਮੂਲ ਦੇ ਇੱਕ ਵਿਅਕਤੀ ਸਣੇ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਅਪਰਾਧਕ ਅੰਸਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਮੁਹਿੰਮ ਵਿੱਢੀ ਹੋਈ ਹੈ। ਇਸ ਦੇ ਚੱਲਦਿਆਂ ਹੀ ਕੈਲਗਰੀ ਪੁਲਿਸ 1 ਸਾਲ ਵਿੱਚ ਹੁਣ ਤੱਕ 1229 ਨਜਾਇਜ਼ ਹਥਿਆਰ ਜ਼ਬਤ ਕਰ ਚੁੱਕੀ ਹੈ। ਕੈਲਗਰੀ ਪੁਲਿਸ ਨੇ ਦੱਸਿਆ ਕਿ ਉਸਨੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਗਿਰੋਹ ਦੇ ਲੋਕ ਖੁਦ ਥਰੀ ਪ੍ਰਿੰਟਡ ਬੰਦੂਕਾਂ ਬਣਾਉਂਦੇ ਤੇ ਸ਼ਹਿਰ ਵਿੱਚ ਉਹਨਾਂ ਦੀ ਤਸਕਰੀ ਕਰਦੇ ਸੀ। ਇਸ ਮਾਮਲੇ ਵਿੱਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੀ ਪਛਾਣ 27 ਸਾਲ ਦੇ ਜਸਟਿਨ ਕੁਮਾਰ ਅਤੇ 24 ਸਾਲ ਦੇ ਬ੍ਰੈਂਡਨ ਵਿਨਸੈਂਟ ਵੈਨਕਰ ਵਜੋਂ ਹੋਈ ਹੈ।
ਮਿਸੀਸਾਗਾ ਦੇ ਵਕੀਲ ਸ਼ਾਹਿਦ ਮਲਿਕ ਨੂੰ ਆਪਣੇ ਕਲਾਇੰਟਸ ਨਾਲ $1 ਕਰੋੜ ਦੀ ਠੱਗੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਸ਼ਾਹਿਦ ਮਲਿਕ ਨੇ ਆਪਣੇ ਕਲਾਇੰਟਸ ਦੀਆਂ ਟੁੱਟੀਆਂ ਕਿਸ਼ਤਾਂ ਦੀ ਅਦਾਇਗੀ ਵਾਸਤੇ ਲੱਖਾਂ ਡਾਲਰ ਲਏ ਪਰ ਕਥਿਤ ਤੌਰ ਤੇ ਅੱਗੇ ਜਮ੍ਹਾਂ ਨਹੀਂ ਕਰਵਾਏ। ਸ਼ਾਹਿਦ ਮਲਿਕ ਨੂੰ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਕਾਬੂ ਕੀਤਾ ਗਿਆ, ਜਿਸ ਵਿਰੁੱਧ ਇਸ ਸਾਲ ਜਨਵਰੀ 'ਚ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਪੁਲਿਸ ਦੇ ਮੁਤਾਬਕ ਵੱਡੀ ਗਿਣਤੀ ਵਿੱਚ ਲੋਕਾਂ ਨੇ ਜੂਨ 2021 ਤੋਂ ਦਸੰਬਰ 2021 ਦਰਮਿਆਨ ਰੀਅਲ ਅਸਟੇਟ ਨਾਲ ਸੰਬੰਧਿਤ ਬਕਾਇਆ ਰਕਮਾਂ ਦੀ ਅਦਾਇਗੀ ਵਾਸਤੇ ਸ਼ਾਹਿਦ ਮਲਿਕ ਦੀਆਂ ਸੇਵਾਵਾਂ ਲਈਆਂ। ਇਸ ਦੌਰਾਨ ਸ਼ਾਹਿਦ ਮਲਿਕ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਹ ਬਕਾਇਆ ਰਕਮ ਜਮ੍ਹਾਂ ਕਰਵਾ ਦੇਗਾ ਤੇ ਲੋਕਾਂ ਨੇ ਉਸ ਦੀ ਜ਼ੁਬਾਨ ਤੇ ਭਰੋਸਾ ਕਰਦਿਆਂ ਰਕਮ ਉਸ ਨੂੰ ਸੁਪਰਦ ਕਰ ਦਿੱਤੀ। ਰਕਮ ਜਮ੍ਹਾਂ ਹੋਣ ਵਿੱਚ ਦੇਰ ਹੋਣ ਤੇ ਲੋਕਾਂ ਨੇ ਉਸ ਨੂੰ ਚੇਤੇ ਵੀ ਕਰਵਾਇਆ ਪਰ ਉਸਨੇ ਅਣਸੁਣੀ ਕਰ ਦਿੱਤੀ। ਪੁਲਿਸ ਦੇ ਅੰਦਾਜ਼ੇ ਦੇ ਮੁਤਾਬਕ ਲੋਕਾਂ ਨਾਲ $1 ਕਰੋੜ ਤੋਂ ਵੱਧ ਰਕਮ ਦੀ ਠੱਗੀ ਵੱਜੀ ਹੈ। ਕੋਰੋਨਾ ਤੇ ਮੰਕੀ ਪੌਕਸ ਦੀ ਸਮੱਸਿਆ ਖਤਮ ਨਹੀਂ ਹੋਈ ਕਿ ਟੋਰਾਂਟੋ ਵਿੱਚ ਦਿਮਾਗ ਅਤੇ ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਜਾਨਲੇਵਾ ਬਿਮਾਰੀ ਮੈਨਿਨਗੋਕੌਕ ਦੇ ਮਰੀਜ਼ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਦਿਮਾਗੀ ਬੁਖਾਰ ਜਾਂ ਮੈਨਿਨਜਾਈਟਿਸ ਦੇ ਨਾਮ ਨਾਲ ਜਾਣੀ ਜਾਂਦੀ ਇਸ ਖਤਰਨਾਕ ਬਿਮਾਰੀ ਕਾਰਨ ਇੱਕ ਜਣੇ ਦੀ ਮੌਤ ਹੋ ਚੁੱਕੀ ਹੈ, ਜਦਕਿ 2 ਹੋਰ ਬਿਮਾਰ ਦੱਸੇ ਜਾ ਰਹੇ ਨੇ। ਟੋਰਾਂਟੋ ਪਬਲਿਕ ਹੈਲਥ ਵੱਲੋਂ ਜਾਰੀ ਬਿਆਨ ਦੇ ਮੁਤਾਬਕ 20 ਤੋਂ 30 ਸਾਲ ਉਮਰ ਦੇ 3 ਮਰੀਜ਼ਾਂ ਵਿੱਚ 15 ਜੁਲਾਈ ਤੋਂ 17 ਜੁਲਾਈ ਦਰਮਿਆਨ ਮੈਨਿਨਗੋਕੌਕ ਦੇ ਲੱਛਣ ਦਿਖਾਈ ਦਿੱਤੇ। ਇਹ ਤਿੰਨੇ ਕੈਨੇਡਾ ਤੋਂ ਬਾਹਰ ਉਹਨਾਂ ਮੁਲਕਾਂ ਵਿੱਚ ਜੰਮੇ ਜਿੱਥੇ ਬੱਚਿਆਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਟੀਕਾ ਨਹੀਂ ਲਗਾਇਆ ਜਾਂਦਾ। ਪਾਕਿਸਤਾਨ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਵੀਰਵਾਰ ਨੂੰ ਅਧਿਕਾਰਤ ਤੌਰ ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਇੱਥੇ ਮੀਂਹ ਅਤੇ ਹੜ੍ਹਾਂ ਕਾਰਨ 343 ਬੱਚਿਆਂ ਸਮੇਤ 937 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਦੇਸ਼ ਵਿੱਚ ਘੱਟੋ ਘੱਟ 3 ਕਰੋੜ ਲੋਕ ਅਜਿਹੇ ਨੇ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈ, ਭੁੱਖ ਮਿਟਾਉਣ ਲਈ ਭੋਜਨ ਨਹੀਂ ਹੈ ਅਤੇ ਗਿਣਤੀ ਵਧਦੀ ਜਾ ਰਹੀ ਹੈ। ਡੌਨ ਨਿਊਜ਼ ਨੇ NDMA ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿੱਚ ਕਿਹਾ ਕਿ ਪਾਕਿਸਤਾਨ 'ਚ 14 ਜੂਨ ਤੋਂ ਮੌਨਸੂਨ ਦੀ ਭਾਰੀ ਬਾਰਿਸ਼ ਜਾਰੀ ਹੈ, ਜੋ ਕਿ ਅਚਾਨਕ ਹੜ੍ਹਾਂ ਦਾ ਕਾਰਨ ਹੈ। ਇਸ ਕਾਰਨ ਸਿੰਧੂ ਸੂਬੇ ਵਿੱਚ ਸਭ ਤੋਂ ਵੱਧ 306 ਮੌਤਾਂ ਦਰਜ ਕੀਤੀਆਂ ਗਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਤਿਆਰੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀਆਂ ਜਾ ਰਹੀਆਂ ਨੇ। ਗੁਰੂ ਘਰ ਦੇ ਆਨੰਦ ਸੇਵਕ KK ਸ਼ਰਮਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਦੇਸ਼ੀ ਤੇ ਦੇਸੀ ਫੁੱਲਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸਜਾਉਣ ਦੀ ਸੇਵਾ ਨਿਭਾਈ ਗਈ ਹੈ। ਇਸ ਲਈ ਦਿੱਲੀ, ਬੰਬਈ, ਕਲਕੱਤਾ ਆਦਿ ਤੋਂ ਵਿਸ਼ੇਸ਼ ਕਾਰੀਗਰ ਦਿਨ ਰਾਤ ਕੰਮ ਕਰ ਰਹੇ ਨੇ। 4 ਕਰੋੜ ਦੀ ਲਾਗਤ ਨਾਲ ਹੋਣ ਵਾਲੀ ਇਹ ਫੁੱਲਾਂ ਦੀ ਸਜਾਵਟ ਵਿੱਚ ਵਿਦੇਸ਼ਾਂ ਤੋਂ ਮਹਿੰਗੇ ਫੁੱਲ ਮੰਗਵਾਏ ਗਏ ਨੇ। ਫੁੱਲਾਂ ਦੀ ਖੇਤੀ ਵਿੱਚ ਮਹਾਰਤ ਹਾਸਲ ਕਰਨ ਵਾਲੇ ਦੇਸ਼ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਬੈਂਕਾਕ, ਹਾਲੈਂਡ, ਨਿਊਜ਼ੀਲੈਂਡ, ਕੀਨੀਆ, ਸਾਊਥ ਅਫਰੀਕਾ ਆਦਿ ਦੇਸ਼ਾਂ ਤੋਂ ਇਹ ਵਿਸ਼ੇਸ਼ ਫੁੱਲ ਵਿਸ਼ੇਸ਼ ਪੈਕਿੰਗ ਰਾਹੀਂ ਹਵਾਈ ਜਹਾਜ਼ਾਂ ਦਾ ਸਫ਼ਰ ਕਰਕੇ ਗੁਰੂ ਨਗਰੀ ਪਹੁੰਚੇ ਨੇ। ਤਕਰੀਬਨ 8 ਤੋਂ 10 ਟਰੱਕਾਂ 'ਚ ਫੁੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਆਂਦੇ ਗਏ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ। ਉੱਥੇ ਪ੍ਰੀਕਰਮਾ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ, ਗੁਰਦੁਆਰਾ ਸ੍ਰੀ ਥੜਾ ਸਾਹਿਬ, ਗੁਰਦੁਆਰਾ ਸ੍ਰੀ ਝੰਡਾ ਬੁੰਗਾ ਸਾਹਿਬ, ਗੁਰਦੁਆਰਾ ਸ੍ਰੀ ਯਾਦਗਾਰ ਸ਼ਹੀਦਾਂ, ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਸ਼ਹੀਦਾਂ, ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ, ਗੁਰਦੁਆਰਾ ਲਾਚੀ ਬੇਰ ਸਾਹਿਬ ਆਦਿ ਜਗ੍ਹਾ ਤੇ ਵੀ ਇਹਨਾਂ ਨੂੰ ਫੁੱਲਾਂ ਨਾਲ ਸ਼ਿੰਗਾਰਿਆ ਗਿਆ ਹੈ। ਅਲੌਕਿਕ ਫੁੱਲਾਂ ਦੀ ਸਜਾਵਟ ਦਰਸ਼ਨ ਕਰਨ ਆਈਆਂ ਸੰਗਤਾਂ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ। ਇਸ ਫੁੱਲਾਂ ਦੀ ਸਜਾਵਟ ਨੂੰ ਸੰਗਤਾਂ ਆਪਣੇ ਮੋਬਾਈਲ ਕੈਮਰਿਆਂ 'ਚ ਕੈਦ ਕਰ ਰਹੀਆਂ ਨੇ। 28 ਅਗਸਤ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸਵੇਰੇ 7 ਵਜੇ ਪੁਰਾਤਨ ਮਰਿਆਦਾ ਅਨੁਸਾਰ ਨਗਰ ਕੀਰਤਨ ਆਰੰਭ ਹੋਏਗਾ, ਜੋ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇਗਾ। ਇਸੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਅਲੌਕਿਕ ਜਲੌ ਸਜਾਏ ਜਾਣਗੇ। ਅਮਰੀਕਾ ਦੀ ਇੱਕ ਸੰਘੀ ਅਦਾਲਤ ਵਿੱਚ 2008 ਦੇ ਬੰਬਈ ਅੱਤਵਾਦੀ ਹਮਲੇ 'ਚ ਸ਼ਾਮਲ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤੋਹਫ਼ਰ ਰਾਣਾ ਦੀ ਭਾਰਤ ਸਬੁਰਦਗੀ ਦਾ ਫੈਸਲਾ 1 ਸਾਲ ਤੋਂ ਲੰਬਿਤ ਪਿਆ। US ਡਿਸਟ੍ਰਿਕਟ ਕੋਰਟ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਲਾਸ ਐਂਜਲਸ ਦੀ ਜੱਜ ਜ਼ੈਕਲਿਨ ਨੇ ਇਸ ਮੁੱਦੇ ਤੇ ਜੂਨ 2021 'ਚ ਆਖਰੀ ਸੁਣਵਾਈ ਕੀਤੀ ਸੀ, ਪਰ ਹੁਣ 1 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅਦਾਲਤ ਨੇ ਅਜੇ ਤੱਕ ਰਾਣਾ ਨੂੰ ਭਾਰਤ ਹਵਾਲੇ ਕਰਨ ਦੀ ਅਮਰੀਕੀ ਸਰਕਾਰ ਦੀ ਬੇਨਤੀ ਤੇ ਫੈਸਲਾ ਨਹੀਂ ਸੁਣਾਇਆ। ਅਮਰੀਕੀ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਭਾਰਤ ਦੀ ਹਵਾਲਗੀ ਦੀ ਬੇਨਤੀ 'ਚ ਉਹਨਾਂ ਹਰੇਕ ਅਪਰਾਧਿਕ ਦੋਸ਼ਾਂ ਦੇ ਸੰਭਾਵਿਤ ਕਾਰਨਾਂ ਨੇ ਪਖੂਤਾ ਸਬੂਤ ਨੇ, ਜਿਨ੍ਹਾਂ ਲਈ ਭਾਰਤ ਰਾਣਾ ਦੀ ਹਵਾਲਗੀ ਦੀ ਮੰਗ ਕਰਦਾ ਹੈ। ਰਾਣਾ ਨੂੰ ਭਾਰਤ ਨੇ ਭਗੌੜਾ ਐਲਾਨਿਆ ਹੋਇਆ ਹੈ। ਸੰਘੀ ਵਕੀਲਾਂ ਨੇ ਦਲੀਲ ਦਿੱਤੀ ਕਿ ਰਾਣਾ ਨੂੰ ਪਤਾ ਸੀ ਕਿ ਉਸਦਾ ਬਚਪਨ ਦਾ ਦੋਸਤ ਡੇਵਿਡ ਕੋਲਮੈਨ ਹੈਡਲੀ ਲਸ਼ਕਰੇ ਤੋਇਬਾ ਨਾਲ ਜੁੜਿਆ ਹੋਇਆ ਹੈ ਤੇ ਹੈਡਲੀ ਦੀ ਮਦਦ ਕਰਕੇ ਅਤੇ ਉਸ ਨੂੰ ਆਪਣੀਆਂ ਗਤੀਵਿਧੀਆਂ ਲਈ ਢੁਕਣ ਦੇ ਕੇ ਉਹ ਅੱਤਵਾਦੀ ਸੰਗਠਨ ਅਤੇ ਉਸਦੇ ਸਹਿਯੋਗੀਆਂ ਦਾ ਸਮਰਥਨ ਕਰ ਰਿਹਾ ਸੀ।
ਦੂਜੇ ਪਾਸੇ ਰਾਣਾ ਦੇ ਵਕੀਲ ਨੇ ਹਵਾਲਗੀ ਦਾ ਵਿਰੋਧ ਕੀਤਾ ਸੀ। ਲਸ਼ਕਰ ਅੱਤਵਾਦੀਆਂ ਵੱਲੋਂ ਕੀਤੇ ਹਮਲਿਆਂ ਦੌਰਾਨ 6 ਅਮਰੀਕੀਆਂ ਸਮੇਤ 166 ਲੋਕ ਮਾਰੇ ਗਏ ਸਨ। आरटीआई द्वारा मंगी जानकारी के जवाब में खुलासा हुआ है कि 12 अगस्त 2020 ਨੂੰ बंद कर दी गई दिल्ली लाहौर बस सेवा ਨੂੰ ਮੁੜ शुरू करने बारे अजे तक कोई चर्चा नहीं हुई है। दिल्ली लाहौर बस सेवा पिछले 2 सालों तो वध समय तो मुअत्तल है, क्योंकि दिल्ली ट्रांसपोर्ट कॉरपोरेशन ने भारत वालों जम्मू कश्मीर के विशेष दर्जा ਨੂੰ रद्द करने के मद्देनज़र इस बस सेवा ਨੂੰ पाकिस्तान वालों रद्द करने ते अपनी अंतरराष्ट्रीय बस सेवा रद्द कर दी सी। ਕੈਨੇਡਾ ਵਿੱਚ ਹੁਣ ਤੱਕ ਮੰਕੀ ਪੌਕਸ ਦੀ ਲਾਗ ਦੇ 1228 ਮਾਮਲੇ ਸਾਹਮਣੇ ਆਏ ਨੇ। ਦੇਸ਼ ਦੀ ਪਬਲਿਕ ਹੈਲਥ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸਿਹਤ ਏਜੰਸੀ ਦੇ ਅਨੁਸਾਰ ਓਨਟਾਰੀਓ ਵਿੱਚ 582, ਕਿਊਬੈਕ ਵਿੱਚ 478, ਬ੍ਰਿਟਿਸ਼ ਕੋਲੰਬੀਆ ਵਿੱਚ 129, ਅਲਬਰਟਾ ਵਿੱਚ 31, ਸਸਕੈਪਨ ਵਿੱਚ 3, ਯੂਕੋਨ ਵਿੱਚ 3 ਅਤੇ ਨਿਊ ਬਰਨਜ਼ਵਿਕ, ਮੈਨੀਟੋਬਾ ਅਤੇ ਨਿਊ ਬਰਨਜ਼ਵਿਕ ਵਿੱਚ 1-1 ਮਾਮਲੇ ਦਰਜ ਕੀਤੇ ਗਏ ਨੇ। ਏਜੰਸੀ ਨੇ ਸੂਬਿਆਂ ਤੇ ਖੇਤਰਾਂ ਵਿੱਚ ਇਨਵਾਮਿਊਨ ਵੈਕਸੀਨ ਦੀਆਂ 1 ਲੱਖ ਤੋਂ ਵੱਧ ਖੁਰਾਕਾਂ ਉਪਲਬਧ ਕਰਵਾਈਆਂ ਨੇ। ਹੁਣ ਤੱਕ 60,000 ਤੋਂ ਵੱਧ ਲੋਕਾਂ ਨੂੰ ਘੱਟੋ-ਘੱਟ ਇੱਕ ਖੁਰਾਕ ਦਿੱਤੀ ਜਾ ਚੁੱਕੀ ਹੈ। ਫਿਲੀਪੀਨਜ਼ ਵਿੱਚ 82 ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨਾਲ ਦੱਖਣੀ ਮਨੀਲਾ ਦੇ ਬੰਦਰਗਾਹ ਵੱਲ ਜਾ ਰਹੀ ਇੱਕ ਕਿਸ਼ਤੀ 'ਚ ਸ਼ੁੱਕਰਵਾਰ ਨੂੰ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਘੱਟੋ-ਘੱਟ 73 ਲੋਕਾਂ ਨੂੰ ਬਚਾ ਲਿਆ ਗਿਆ। तट रक्षक ने यह जानकारी दी है। तट रक्षक ने कहा कि ओरिएंटल मिंदोरो सूबे के खलापान शहर तो रवाना हुई किश्ती MV एशियन फिलीपीन अग लगन तो बाद खोज और बचाव मुहिम जारी है। एक महिला समेत जख्मियों को हस्पताल लिजाया गया और उत्थे दाखिल करवाया गया। तट रक्षक वालों जारी वीडियो किश्ती चों अग दीआं लपटां अते धुआं उठदा देखा गया। इस किश्ती के करीब 1 किलोमीटर तो ज़्यादा की दूरी ते कई जहाज़ों ने ਬੰਟਾਂਗਸ ਬੰਦਰਗਾਹ ਤੇ ਲੰਗਰ ਲਗਾਇਆ ਹੋਇਆ ਹੈ। ਤਟ ਰੱਖਿਅਕ ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕੋਸ਼ਿਸ਼ਾਂ ਵਿੱਚ ਇੱਕ ਜਹਾਜ਼ ਤਟ ਰੱਖਿਅਕ ਬਲਾਂ ਦੇ 2 ਜਹਾਜ਼ਾਂ ਦੀ ਮਦਦ ਕਰ ਰਿਹਾ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਪਾਇਆ ਤੇ ਕਿਸ਼ਤੀ ਤੇ 400 ਤੋਂ ਜ਼ਿਆਦਾ ਲੋਕ ਸਵਾਰ ਹੋ ਸਕਦੇ ਨੇ। ਸਮਰੱਥਾ ਤੋਂ ਜ਼ਿਆਦਾ ਲੋਕਾਂ ਦੇ ਸਵਾਰ ਹੋਣ, ਕਿਸ਼ਤੀਆਂ ਦੀ ਮੁਰੰਮਤ ਨਾ ਹੋਣ, ਤੂਫਾਨ 'ਚ ਘਿਰਨ ਕਾਰਨ ਫਿਲੀਪੀਨ ਨੇੜੇ ਸਮੁੰਦਰ 'ਚ ਅਕਸਰ ਹਾਦਸੇ ਹੁੰਦੇ ਰਹਿੰਦੇ ਨੇ। मैक्सिको तो लॉस एंजलस ਲਈ जा रहे जहाज़ के इंजन ਨੂੰ उड़ान भरन तो कुछ मिनट बाद अग लग गई, जिस कारण पायलट ਨੂੰ एमरजेंसी लैंडिंग ਕਰਨ ਲਈ मजबूर होना पिया। वीवा एयरबस फ्लाइट VB518 ने ग्वाडालजरा मैक्सिको तो मंगलवार रात 10 ਵਜੇ ਤੋਂ ਪਹਿਲਾਂ लॉस एंजलस ਲਈ रवाना हुई सी। इस जहाज़ ਵਿੱਚ 186 यात्रियों के बैठण की समर्था है। मीडिया रिपोर्टों के अनुसार 3 घंटे की उड़ान के लगभग 10 मिनट अंदर यात्रियों ने जैट के सज्जे इंजन विचों चंगियाड़ियां ते अग दीआं लपटां निकलदियां वेखियां। कुछ यात्रियों ने धमाके की आवाज़ भी सुनी। इस कारण सवारियां विच काफ़ी दहशत फैल गई। डरे हुए यात्री रो रहे सन, चीख रहे सन ते प्रार्थना कर रहे सन। जदों जहाज़ 13,000 फुट की उचाई ते सी तां चालक दल नूं इस घटना संबंधी सुचेत किया गया, जिस मगरों जहाज़ की एमरजेंसी लैंडिंग करने का फैसला किया गया। इस तरह टेक ऑफ करने के 45 मिनट बाद जहाज़ ग्वाडालजरा हवाई अड्डे ते वापस आ गया। यात्रियों को तुरंत हेठां उतारिया गया और अग बुझाउण दीआं कोशिशां शुरू कर दित्तियां गईयां। इस तो बाद सारे यात्रियों को रात के ठहरन के लिए एक होटल में भेज दिता गया। अगली सवेर उन्हां ते मुड़ उड़ान भरी। यात्री इस गल नूं लैके शुक्रगुजार सन कि वड्डा हादसा टल गया ते हुण ओह सारे अपने परिवारां कोल वापस जा सकणगे। वीवा एयरबोस ने एक बयान विच कहा कि इंजन विच चंगियाड़ियां धातां दे रगड़न कारण निकलदियां ने। हालांकि इह समस्या क्यों आई है, इसकी जांच की जा रही है। अपने परिवार ਅਤੇ ਆਪਣੇ ਵਧੀਆ ਭਵਿੱਖ ਲਈ ਰੋਜ਼ੀ ਰੋਟੀ ਕਮਾਉਣ ਵਾਲੀ ਵਿਦੇਸ਼ ਜਾਣ ਵਾਲੀ ਇੱਕ ਕੁੜੀ ਇਨੀ ਦਿਨੀ ਮਸਕਟ 'ਚ ਫਸੀ ਹੋਈ ਹੈ, ਜਿਸ ਨੇ ਆਪਣੇ ਪਰਿਵਾਰ ਨੂੰ ਵੀਡੀਓ ਭੇਜ ਕੇ ਵਾਪਸ ਇੰਡੀਆ ਮੰਗਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਦੋਸ਼ ਲਗਾਇਆ ਜਾ ਰਿਹਾ ਕਿ ਉਸ ਨੂੰ ਇੱਥੇ ਵੇਚ ਵੀ ਦਿੱਤਾ ਗਿਆ। ਇਸ ਸੰਬੰਧੀ ਪਿੰਡ ਧੁਲੇਤਾ ਦੇ ਰਹਿਣ ਵਾਲੀ ਕਸ਼ਮੀਰ ਕੌਰ ਨੇ ਦੱਸਿਆ ਕਿ ਉਹਨਾਂ ਦੀ ਬੱਚੀ ਜਸਵੰਤ ਕੌਰ ਉਰਫ ਜੱਸੀ 9 ਅਗਸਤ ਨੂੰ ਇੱਥੋਂ ਸਿੰਗਾਪੁਰ ਲਈ ਗਈ। ਉਹਨਾਂ ਨੇ 3 ਲੱਖ ਰੁਪਏ ਵਿਆਜ ਤੇ ਫੜ ਕੇ ਆਪਣੀ ਕੁੜੀ ਨੂੰ ਭੇਜਿਆ ਸੀ, ਪਰ ਉਸ ਨੂੰ ਏਜੰਟ ਨੇ ਸਿੰਗਾਪੁਰ ਦੀ ਜਗ੍ਹਾ ਮਸਕਟ 'ਚ ਭੇਜ ਦਿੱਤਾ, ਜੋ ਹੁਣ ਉੱਥੇ ਫਸੀ ਹੋਈ ਹੈ, ਜਿਸ ਨੇ ਆਪਣੀ ਵੀਡੀਓ ਭੇਜ ਕੇ ਕਿਹਾ ਕਿ ਉਸ ਨੂੰ ਇੱਥੇ 70,000 ਰੁਪਏ 'ਚ
ਵੇਚ ਦਿੱਤਾ ਗਿਆ ਹੈ। ਪਿੰਡ ਦੇ ਸਰਪੰਚ ਹਰਜੀਤ ਨੇ ਕਿਹਾ ਕਿ ਪਰਿਵਾਰ ਬਹੁਤ ਕਰੀਬ ਹੈ। ਨੂਰ ਮਹਿਲ ਦੇ ਪਿੰਡ ਦੀ ਏਜੰਟ ਨੇ ਉਸ ਨੂੰ ਸਿੰਗਾਪੁਰ ਦਾ ਕਹਿ ਕੇ ਮਸਕਟ 'ਚ ਭੇਜ ਦਿੱਤਾ, ਜਿੱਥੇ ਹੁਣ ਲੜਕੀ ਵੀਡੀਓ 'ਚ ਦੱਸ ਰਹੀ ਹੈ ਕਿ ਉਸ ਤੇ ਤਸ਼ੱਦਦ ਕੀਤੀ ਜਾ ਰਹੀ ਹੈ। ਸਰਪੰਚ ਨੇ ਕਿਹਾ ਕਿ ਏਜੰਟ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹ ਵਾਪਸ ਕੁੜੀ ਨੂੰ ਮੰਗਵਾਉਣ ਲਈ ਹੋਰ ਰੁਪਇਆਂ ਦੀ ਮੰਗ ਕਰ ਰਹੀ ਹੈ ਅਤੇ ਧਮਕੀਆਂ ਵੀ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਕੁੜੀ ਦੇ ਭਰਾ ਵੱਲੋਂ ਡੀਐਸਪੀ ਫਲੋਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਅਤੇ 18 ਅਗਸਤ ਦੀ ਡੀਐਸਪੀ ਫਲੋਰ ਜਗਦੀਸ਼ ਰਾਜ ਵੱਲੋਂ ਥਾਣਾ ਗੁਰਾਇਆ ਨੂੰ ਸ਼ਿਕਾਇਤ ਮਾਰਕ ਕਰਕੇ ਭੇਜੀ ਹੋਈ ਹੈ, ਪਰ ਗੁਰਾਇਆ ਪੁਲਿਸ ਨੇ ਇੱਕ ਹਫ਼ਤੇ ਤੋਂ ਵੱਧ ਸਮਾਂ ਬੀਤੇ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਅਜੇ ਤੱਕ ਸ਼ੁਰੂ ਨਹੀਂ ਕੀਤੀ ਹੈ। ਪਰਿਵਾਰ ਨੂੰ ਇਹੀ ਕਿਹਾ ਜਾ ਰਿਹਾ ਕਿ ਇਹ ਮਾਮਲਾ ਉਹਨਾਂ ਦਾ ਨਹੀਂ ਬਣਦਾ। ਇਸ ਸੰਬੰਧੀ ਐਸਐਚਓ ਗੁਰਾਇਆ ਹਰਿੰਦਰ ਸਿੰਘ ਨਾਲ ਸੰਪਰਕ ਕਰਨ ਤੇ ਉਹਨਾਂ ਨੇ ਕਿਹਾ ਕਿ ਮਾਮਲਾ ਹਿਊਮਨ ਟ੍ਰੈਫਿਕ ਤੇ ਟਰੈਵਲ ਏਜੰਟ ਦਾ ਬਣਦਾ ਹੈ, ਜਿਸ ਦੀ ਇਨਕੁਆਇਰੀ ਡੀਐਸਪੀ ਰੈਂਕ ਦੇ ਅਫਸਰ ਕਰਦੇ ਨੇ। ਜੇਕਰ ਕੋਈ ਵੀ ਕਾਰਵਾਈ ਇਹ ਕਰਵਾਉਣਾ ਚਾਹੁੰਦੇ ਨੇ ਤਾਂ ਤਫਤੀਸ਼ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਏਗੀ। ਜਦੋਂ ਉਹਨਾਂ ਤੋਂ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਾ ਕਰਨ ਬਾਰੇ ਪੁੱਛਿਆ ਤਾਂ ਉਹਨਾਂ ਨੇ ਛੁੱਟੀ ਜਾਣ ਦਾ ਕਹਿ ਕੇ ਪੱਲਾ ਝਾੜ ਦਿੱਤਾ। ਦੁਬਈ ਜਾ ਰਹੇ ਇੰਡੀਗੋ 에ਅਰਕ੍ਰਾਫਟ ਕੈਰੀਅਰ ਨੂੰ ਸ਼ਨੀਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇੱਕ ਅਣਜਾਣ ਫੋਨ ਕਾਲ ਤੋਂ ਬਾਅਦ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਜਹਾਜ਼ ਵਿੱਚ ਕੋਈ ਵਿਸਫੋਟਕ ਰੱਖਿਆ ਗਿਆ ਸੀ ਜਾਂ ਨਹੀਂ। ਇਸ ਸੰਬੰਧੀ ਪੁਲਿਸ ਕੰਟਰੋਲ ਰੂਮ ਵਿੱਚ ਇੱਕ ਗੁਮਨਾਮ ਕਾਲ ਆਈ, ਜਿਸ ਤੋਂ ਬਾਅਦ 에ਅਰਪੋਰਟ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਇੰਡੀਗੋ ਦੇ ਜਹਾਜ਼ ਦੀ ਤਲਾਸ਼ੀ ਲੈ ਰਹੀਆਂ ਸਨ, ਜੋ ਸਵੇਰੇ 7:20 ਦੇ ਕਰੀਬ 160 ਯਾਤਰੀਆਂ ਨਾਲ ਰਵਾਨਾ ਹੋਣ ਲਈ ਤਿਆਰ ਸੀ। ਫੋਨ ਕਰਨ ਵਾਲੇ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।